Hello everyone, hope you all are doing well. So in this video I am going to describe about another cue card of IELTS. So the cue card is describe a thing you got without paying money. The bullet points are what was it, how did you get it, who gave it to you and how did you feel after receiving it. ਸੋ ਗਾਇਜ਼ ਅਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਰਿਸੀਵ ਕਰਦੇ ਹਾਂ ਜਿਹੜੀਆਂ ਸਾਨੂੰ ਬਿਨਾਂ ਪੈਸੇ ਖਰਚੇ ਮਿਲ ਜਾਂਦੀਆਂ ਹਨ, ਮਤਲਬ ਫ੍ਰੀ ਆਫ ਕਾਸਟ ਅਸੀਂ ਗੈਟ ਕਰ ਲੈਂਦੇ ਹਾਂ। ਸੋ ਮੈਂ ਇਹਦੇ ਵਿੱਚ ਆਈਡੀਆ ਲਿਆ ਹੋਇਆ ਹੈ ਇੱਕ ਬਿਊਟੀਫੁਲ ਗਾਊਨ ਦਾ, ਜਿਹੜਾ ਕਿ ਮੈਨੂੰ ਮੇਰੇ ਅੰਕਲ ਨੇ ਗਿਫਟ ਕੀਤਾ ਹੈ, ਜੋ ਕਿ ਲੰਡਨ ਤੋਂ ਆਏ ਹੋਏ ਸੀ। ਸੋ ਤੁਹਾਡੇ ਕੋਲ ਕੋਈ ਹੋਰ ਆਈਡੀਆ ਹੋ ਸਕਦਾ ਹੈ ਜਿਹਨੂੰ ਤੁਸੀਂ ਅੱਛੇ ਤਰੀਕੇ ਨਾਲ ਡਿਸਕ੍ਰਾਈਬ ਕਰ ਸਕਦੇ ਹੋ, ਬਟ ਜੋ ਆਈਡੀਆ ਮੈਂ ਲਿਆ, ਲੈਟਸ ਸਟਾਰਟ ਵਿਦ ਇਟ। ਐਂਡ ਮੈਂ ਇਹਦੇ ਵਿੱਚ ਕੁਝ ਵੋਕੈਬ ਦੇ ਵਰਡਸ ਐਂਡ ਈਡੀਅਮਸ ਵੀ ਐਡ ਕੀਤੇ ਨੇ। ਸੋ ਤੁਸੀਂ ਟਰਾਈ ਕਰਿਓ ਕਿ ਜਦੋਂ ਤੁਸੀਂ ਸਪੀਕਿੰਗ ਟੈਸਟ ਲਈ ਜਾ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਟਰਾਈ ਕਰਿਓ ਕਿ ਤੁਸੀਂ ਵੀ ਯੂਜ਼ ਕਰ ਸਕੋ, ਨਾਟ ਓਨਲੀ ਇਨ ਦਿਸ ਕਿਊ ਕਾਰਡ ਬਟ ਆਲਸੋ ਜਿਹੜਾ ਮਰਜ਼ੀ ਕਿਊ ਕਾਰਡ ਅੱਜ ਤੁਸੀਂ ਉਹਦੇ ਵਿੱਚ ਉਹਨੂੰ ਐਡ ਕਰ ਸਕਦੇ ਹੋ। ਸੋ ਲੈਟਸ ਸਟਾਰਟ ਵਿਦ ਦ ਸੈਂਪਲ ਆਂਸਰ। Well, many times people do purchase, they either do it offline or online. ਹੁਣ ਤੁਸੀਂ either or ਦਾ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਕੋਈ ਵੀ ਸੈਂਟੈਂਸ ਨੂੰ ਦੋ ਸੈਂਟੈਂਸ ਨੂੰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ। ਜਿਸ ਤਰੀਕੇ ਨਾਲ ਮੈਂ ਇਹ ਲਿਖਿਆ ਹੋਇਆ ਹੈ, ਦੇ ਆਈਦਰ ਡੂ ਇਟ ਆਫਲਾਈਨ ਔਰ ਔਨਲਾਈਨ, ਚਾਹੇ ਲੋਕੀ ਆਫਲਾਈਨ ਪਰਚੇਜ਼ ਕਰਦੇ ਹਨ ਜਾਂ ਫਿਰ ਔਨਲਾਈਨ ਪਰਚੇਜ਼ ਕਰਦੇ ਹਨ। ਸਮਟਾਈਮਸ ਦੇ ਬਿਕਮ ਸਪੈਂਡ ਥ੍ਰਿਫਟ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਬਹੁਤ ਜ਼ਿਆਦਾ ਪੈਸਾ ਖਰਚ ਕਰਦੇ ਹਾਂ। And many times they are unable to purchase any kind of product due to the shortage of money. ਕੁਛ ਵਾਰੀ ਲੋਕ ਕੀ ਕਰਦੇ ਹਨ ਕਿ ਉਹਨਾਂ ਦੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਤਾਂ ਉਹ ਬਹੁਤ ਪੈਸਾ ਖਰਚਦੇ ਹਨ ਚੀਜ਼ਾਂ ਨੂੰ ਪਰਚੇਜ਼ ਕਰਨ ਦੇ ਉੱਪਰ, ਬਟ ਸਮ ਟਾਈਮ ਕੀ ਹੁੰਦਾ ਉਹਨਾਂ ਦੇ ਕੋਲ ਪੈਸੇ ਦੀ ਕਮੀ ਹੁੰਦੀ ਜਿਸ ਕਰਕੇ ਉਹ ਚੀਜ਼ਾਂ ਨੂੰ ਨਹੀਂ ਖਰੀਦ ਸਕਦੇ। A similar thing happened to me when there was a need to buy a beautiful gown to wear at my cousin's wedding, but I was too hard up to buy fancy cloth. The same thing ਮੇਰੇ ਨਾਲ ਹੋਈ ਕਿ ਜਦੋਂ ਮੈਨੂੰ ਇੱਕ ਗਾਊਨ ਚਾਹੀਦਾ ਸੀਗਾ ਮੇਰੇ ਕਜ਼ਨ ਦੀ ਵੈਡਿੰਗ ਵਾਸਤੇ, ਬਟ ਮੈਂ ਉਸ ਨੂੰ ਨਹੀਂ ਖਰੀਦ ਸਕੀ। ਹਾਰਡ ਅਪ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਜ਼ਿਆਦਾ ਪੈਸੇ ਨਾ ਹੋਣ ਕਿਸੇ ਚੀਜ਼ ਨੂੰ ਖਰੀਦਣ ਵਾਸਤੇ। ਓਕੇ, ਸੋ ਦ ਨੈਕਸਟ ਪੁਆਇੰਟ ਇਜ਼ ਹਾਊ, ਕਿ ਤੁਸੀਂ ਕਿਸ ਤਰੀਕੇ ਨਾਲ ਉਹ ਚੀਜ਼ ਨੂੰ ਗੈਟ ਕੀਤਾ, ਹਾਊ ਡਿਡ ਯੂ ਗੈਟ ਇਟ। So coincidentally my uncle had been to England in order to attend the wedding of my cousin and he purchased a formal suit in the nick of time. So ਮੇਰੇ ਅੰਕਲ ਆਏ ਸੀਗੇ ਇੰਗਲੈਂਡ ਤੋਂ ਮੇਰੇ ਕਜ਼ਨ ਦੀ ਵੈਡਿੰਗ ਨੂੰ ਅਟੈਂਡ ਕਰਨ ਲਈ ਔਰ ਉਹਨਾਂ ਨੇ ਇੱਕ ਫਾਰਮਲ ਸੂਟ ਲਿਆ ਸੀਗਾ ਮੈਰਿਜ ਦੇ ਵਿੱਚ ਪਾਉਣ ਲਈ ਇਨ ਦਾ ਨਿਕ ਆਫ ਟਾਈਮ। ਨਿਕ ਆਫ ਟਾਈਮ ਦਾ ਮਤਲਬ ਹੁੰਦਾ ਹੈ ਲਾਸਟ ਮੂਮੈਂਟ 'ਤੇ, ਠੀਕ ਹੈ, ਜਦੋਂ ਆਪਣੇ ਕੋਲ ਬਹੁਤ ਘੱਟ ਟਾਈਮ ਹੋਏ ਤਾਂ ਆਪਾਂ ਫਟਾਫਟ ਕੋਈ ਕੱਪੜੇ ਪਰਚੇਜ਼ ਕਰੀਏ ਕਿਸੇ ਵੀ ਇਵੈਂਟ ਵਾਸਤੇ। ਅਨਫੋਰਚੂਨੇਟਲੀ ਵੈਨ ਹੀ ਵੋਰ ਇਟ the ill fitting of the suit made him a caricature. ਇਹਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਪਰਸਨ ਕੋਈ ਕੱਪੜਾ ਪਾਉਂਦਾ ਜਿਸ ਦੀ ਫਿਟਿੰਗ ਉਹਨੂੰ ਪ੍ਰੋਪਰ ਨਹੀਂ ਆਉਂਦੀ ਹੈਗੀ ਤਾਂ ਉਹਦੀ ਲੁੱਕ ਜਿਹੜੀ ਬੜੀ ਅਜੀਬ ਲੱਗਦੀ ਹੈ, ਲਾਈਕ ਉਹ ਕਾਰਟੂਨ ਵਰਗਾ ਲੱਗਦਾ ਹੈ ਨਾ, ਇੱਕ ਫਨੀ ਜਿਹਾ ਉਹਦਾ ਕਰੈਕਟਰ ਲੱਗਣ ਲੱਗ ਜਾਂਦਾ ਉਸ ਕੱਪੜੇ ਨੂੰ ਪਾ ਕੇ। ਸੋ ਜਦੋਂ ਮੇਰੇ ਅੰਕਲ ਨੇ ਉਹ ਵਾਲਾ ਸੂਟ ਪਾਇਆ ਤਾਂ ਉਹਦੀ ਜਿਹੜੀ ਫਿਟਿੰਗ ਸੀਗੀ ਉਹ ਬਿਲਕੁਲ ਅੱਛੀ ਨਹੀਂ ਆਈ ਔਰ ਉਹ ਇੱਕ ਕਾਰਟੂਨ ਦੇ ਵਰਗੇ ਲੱਗ ਰਹੇ ਸੀ। ਇੰਸਟੈਡ ਆਫ ਗਰੂਮਿੰਗ ਹਿਜ਼ ਪਰਸਨੈਲਿਟੀ, ਗਰੂਮਿੰਗ ਦਾ ਮਤਲਬ ਹੁੰਦਾ ਹੈ ਇਨਹਾਂਸ ਕਰਨਾ ਪਰਸਨੈਲਿਟੀ ਨੂੰ, ਕਿ ਉਹਦੀ ਪਰਸਨੈਲਿਟੀ ਨੂੰ ਇਨਹਾਂਸ ਕਰਨ ਦੀ ਬਜਾਏ ਹੀ ਲੁਕਡ ਵੀਅਰ, ਉਹ ਬਹੁਤ ਜ਼ਿਆਦਾ ਅਜੀਬ ਲੱਗ ਰਹੇ ਸੀ। ਆਈ ਵਾਜ਼ ਆਲਸੋ ਸ਼ੌਕਡ ਬਿਕੋਜ਼ ਮਾਈ ਅੰਕਲ ਹੈਡ ਸਪੈਂਡ ਅ ਹੈਫਟੀ ਅਮਾਊਂਟ ਟੂ ਪਰਚੇਜ਼ ਇਟ। ਮੈਂ ਖੁਦ ਬਹੁਤ ਹੈਰਾਨ ਸੀ ਕਿਉਂਕਿ ਮੇਰੇ ਅੰਕਲ ਨੇ ਬਹੁਤ ਸਾਰਾ ਪੈਸਾ ਲਗਾਇਆ ਸੀ ਉਸਨੂੰ ਪਰਚੇਜ਼ ਕਰਨ ਉੱਪਰ। ਹੈਫਟੀ ਅਮਾਊਂਟ ਮੀਨਿੰਗ when you spend a lot of money in order to buy something. So therefore my uncle asked for my help and we both went to a shopping mall in Chandigarh. ਮੇਰੇ ਅੰਕਲ ਨੇ ਮੇਰੀ ਮਦਦ ਮੰਗੀ ਐਂਡ ਅਸੀਂ ਦੋਨੋਂ ਜਾਣੇ ਸ਼ਾਪਿੰਗ ਮਾਲ ਗਏ ਚੰਡੀਗੜ੍ਹ ਦੇ ਵਿੱਚ। my uncle returned it and tried to find another one. ਮੇਰੇ ਅੰਕਲ ਨੇ ਉਸਨੂੰ ਰਿਟਰਨ ਕੀਤਾ ਔਰ ਕੋਈ ਹੋਰ ਫਾਈਂਡ ਕਰਨ ਲੱਗ ਗਏ ਜੋ ਕਿ ਉਹਨਾਂ ਨੂੰ ਫਿੱਟ ਆ ਸਕੇ। ਸੋ ਵੀ ਵੈਂਟ ਔਨ ਅ ਸ਼ਾਪਿੰਗ ਸਪਰੀ। ਸ਼ਾਪਿੰਗ ਸਪਰੀ ਦਾ ਮਤਲਬ ਹੁੰਦਾ ਕਿ ਜਦੋਂ ਆਪਣੇ ਕੋਲ ਬਹੁਤ ਜ਼ਿਆਦਾ ਘੱਟ ਟਾਈਮ ਹੋਏ, ਅ ਸ਼ਾਰਟ ਪੀਰੀਅਡ ਆਫ ਟਾਈਮ ਜਿਹਦੇ ਵਿੱਚ ਆਪਾਂ ਬਹੁਤ ਸਾਰੀ ਚੀਜ਼ਾਂ ਪਰਚੇਜ਼ ਕਰੀਏ। My uncle tried many dresses but not even a single dress could catch his attention. ਮੇਰੇ ਅੰਕਲ ਨੇ ਬਹੁਤ ਸਾਰੇ ਕੱਪੜੇ ਟਰਾਈ ਕੀਤੇ ਬਟ ਇੱਕ ਸਿੰਗਲ ਡਰੈਸ ਵੀ ਉਹਨਾਂ ਨੂੰ ਪਸੰਦ ਨਹੀਂ ਆਈ। Eventually he asked the shopkeeper to refund the money. However, the shopkeeper insisted on purchasing another one according to the policy of the ਕੰਪਨੀ। ਉਹਨਾਂ ਨੇ ਉਸਨੂੰ ਕਿਹਾ, ਸ਼ੌਪਕੀਪਰ ਨੂੰ, ਮੇਰੇ ਅੰਕਲ ਨੇ, ਕਿ ਤੁਸੀਂ ਮੇਰੇ ਪੈਸੇ ਰਿਫੰਡ ਕਰ ਦਿਓ, ਬਟ ਉਹਨਾਂ ਨੇ ਕਿਹਾ ਕਿ ਅਸੀਂ ਪੈਸੇ ਨਹੀਂ ਰਿਫੰਡ ਕਰ ਸਕਦੇ, ਤੁਸੀਂ ਕੁਝ ਹੋਰ ਲੈ ਸਕਦੇ ਹੋ ਉਸ ਦੀ ਜਗ੍ਹਾ 'ਤੇ। ਦੇਰ ਵਾਜ਼ ਨੋ ਅਦਰ ਆਪਸ਼ਨ ਦੈਨ ਮਾਈ ਅੰਕਲ ਟੋਲਡ ਮੀ ਟੂ ਸਿਟ ਇਨ ਦਾ ਕਾਰ ਐਂਡ ਹੀ ਵੈਂਟ ਇਨਸਾਈਡ ਦਾ ਸ਼ੋਪ।
ਹੁਣ ਮੇਰੇ ਅੰਕਲ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਾਰ ਵਿੱਚ ਬੈਠੋ, ਔਰ ਉਹ ਖੁਦ ਸ਼ਾਪ ਦੇ ਵਿੱਚ ਚਲੇ ਗਏ। In the evening, my uncle came to me and gave me a beautiful box which had been wrapped beautifully. ਜਦੋਂ ਸ਼ਾਮ ਨੂੰ ਮੇਰੇ ਅੰਕਲ ਵਾਪਿਸ ਆਏ ਤਾਂ ਉਹਨਾਂ ਨੇ ਮੈਨੂੰ ਆ ਕੇ ਇੱਕ ਬਹੁਤ ਪਿਆਰਾ ਸੁੰਦਰ ਜਿਹਾ ਬਾਕਸ ਦਿੱਤਾ, ਜਿਹਨੂੰ ਕਿ ਬਹੁਤ ਅੱਛੇ ਤਰੀਕੇ ਨਾਲ ਡੈਕੋਰੇਟ ਕੀਤਾ ਗਿਆ ਸੀਗਾ। He told me to open it. ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹਨੂੰ ਓਪਨ ਕਰੋ, and I was taken aback to see a beautiful dress for me. ਔਰ ਜਦੋਂ ਮੈਂ ਦੇਖਿਆ ਕਿ ਉਹਦੇ ਵਿੱਚ ਇੱਕ ਬਹੁਤ ਹੀ ਪਿਆਰੀ ਡਰੈਸ ਸੀ ਮੇਰੇ ਵਾਸਤੇ। ਇਟ ਵਾਸ ਦ ਸੇਮ ਗਾਊਨ ਵਿਚ ਆਈ ਹੈਡ ਬੀਨ ਥਿੰਕਿੰਗ ਆਫ ਪਰਚੇਜ਼ਿੰਗ। ਇਹ ਉਹੀ ਵਾਲਾ ਗਾਊਨ ਸੀ ਜਿਸ ਨੂੰ ਮੈਂ ਖਰੀਦਣ ਬਾਰੇ ਬਹੁਤ ਟਾਈਮ ਤੋਂ ਸੋਚ ਰਹੀ ਸੀ। ਇਨੀਸ਼ੀਅਲੀ ਪਹਿਲਾਂ I did not accept the offer, but after insisting many times, I accepted it as a ਟੋਕਨ ਆਫ ਲਵ। ਪਹਿਲਾਂ ਤਾਂ ਉਸਨੂੰ ਮੈਂ ਲੈਣ ਤੋਂ ਇਨਕਾਰ ਕਰ ਦਿੱਤਾ, ਬਟ ਜਦੋਂ ਮੇਰੇ ਅੰਕਲ ਨੇ ਮੈਨੂੰ ਇਨਸਿਸਟ ਕੀਤਾ, ਉਹਨਾਂ ਨੇ ਜਿੱਦ ਕੀਤੀ ਕਿ ਤੁਹਾਨੂੰ ਇਹ ਲੈਣਾ ਹੀ ਪਏਗਾ, ਤਾਂ ਮੈਂ ਉਸਨੂੰ ਐਜ਼ ਅ ਟੋਕਨ ਆਫ ਲਵ, ਟੋਕਨ ਆਫ ਲਵ ਦਾ ਮਤਲਬ ਹੁੰਦਾ ਹੈ ਕਿ ਇੱਕ ਪਿਆਰ ਵੱਲੋਂ ਦਿੱਤਾ ਗਿਆ ਗਿਫਟ ਸਮਝ ਕੇ ਮੈਂ ਉਸਨੂੰ ਰੱਖ ਲਿਆ। ਮਾਈ ਅੰਕਲ ਟੋਲਡ ਮੀ ਦੈਟ ਆਈ ਹੈਡ ਡਿਵੋਟਡ ਮਾਈ ਪ੍ਰੀਸ਼ੀਅਸ ਟਾਈਮ ਟੂ ਫਾਈਂਡਿੰਗ ਅ ਡਰੈਸ ਬਿਕੋਜ਼ ਹੀ ਹੈਡ ਨਾਟ ਬੋਟ ਐਨੀ ਗਿਫਟ ਫॉर ਮੀ ਫਰੋਮ ਲੰਡਨ। ਮੇਰੇ ਅੰਕਲ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਇਸ ਡਰੈਸ ਨੂੰ ਫਾਈਂਡ ਕਰਨ 'ਤੇ ਲਗਾਇਆ ਹੈ, ਔਰ ਉਹਨਾਂ ਨੇ ਮੈਨੂੰ ਇਹ ਡਰੈਸ ਇਸ ਕਰਕੇ ਦਿੱਤੀ ਕਿਉਂਕਿ ਮੇਰੇ ਵਾਸਤੇ ਕੋਈ ਵੀ ਤੋਹਫਾ ਲੰਡਨ ਤੋਂ ਲੈ ਕੇ ਨਹੀਂ ਸੀ ਆਏ। ਸੋ ਦੈਟ ਵਾਜ਼ ਦ ਟਾਈਮ ਵੈਨ ਆਈ ਰਿਸੀਵਡ ਅ ਫੈਂਸੀ ਗਾਊਨ ਵਿਦਾਊਟ ਸਪੈਂਡਿੰਗ ਅ ਸਿੰਗਲ ਪੈਨੀ। ਆਈ ਵਾਜ਼ ਓਵਰ ਦਾ ਮੂਨ ਟੂ ਰਿਸੀਵ ਇਟ। ਸੋ ਇਹ ਟਾਈਮ ਸੀ ਜਦੋਂ ਕਿ ਮੈਨੂੰ ਇੱਕ ਗਿਫਟ ਮਿਲਿਆ ਸੀਗਾ ਬਿਨਾਂ ਪੈਸੇ ਖਰਚੇ। ਸੋ ਆਈ ਵਾਜ਼ ਓਵਰ ਦਾ ਮੂਨ। ਓਵਰ ਦਾ ਮੂਨ ਇੱਕ ਈਡੀਅਮ ਹੈ, ਜਦੋਂ ਆਪਾਂ ਬਹੁਤ ਜ਼ਿਆਦਾ ਹੈਪੀ ਹੁੰਦੇ ਹਾਂ ਤਾਂ ਵੀ ਕੈਨ ਯੂਜ਼ I was over the moon to receive it. Otherwise, I just imagine purchasing it after collecting my pocket money. ਮੈਂ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹੋਈ। ਨਹੀਂ ਤਾਂ ਮੈਂ ਇਹ ਸੋਚ ਰਹੀ ਸੀ ਕਿ ਮੈਨੂੰ ਪਹਿਲਾਂ ਬਹੁਤ ਸਾਰੇ ਪੈਸੇ ਇਕੱਠੇ ਕਰਨੇ ਪੈਣਗੇ ਤਾਂ ਹੀ ਮੈਂ ਇੱਕ ਡਰੈਸ ਨੂੰ ਪਰਚੇਜ਼ ਕਰ ਸਕਦੀ ਹਾਂ। ਸੋ ਦਿਸ ਵਾਜ਼ ਦ ਸੈਂਪਲ ਆਨਸਰ ਆਫ ਦ ਕਿਊ ਕਾਰਡ। ਸੋ ਜੇ ਤੁਹਾਡੇ ਕੋਲ ਕੋਈ ਹੋਰ ਆਈਡੀਆ ਹੈ, ਤੁਸੀਂ ਇਹਦੇ ਵਿੱਚੋਂ ਕੁਝ ਵੋਕੈਬਲਰੀ ਦੇ ਵਰਡਸ, ਕੁਝ ਇਡੀਅਮ ਯੂਜ਼ ਕਰਕੇ, ਠੀਕ ਹੈ, ਇਹਨੂੰ ਹੋਰ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੋ। ਐਂਡ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਐਂਡ ਇਫ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀਡੀਓਜ਼ ਬਣਾਵਾਂ, ਕਿਉਂਕਿ ਦੇਖੋ ਚੈਨਲ ਤੁਹਾਡੇ ਵਾਸਤੇ ਬਣਾਇਆ ਹੈ, ਸੋ ਦੈਟ ਕਿ ਤੁਹਾਨੂੰ ਕਿਊ ਕਾਰਡ ਦੇ ਵਿੱਚ ਥੋੜ੍ਹੀ ਹੈਲਪ ਮਿਲ ਸਕੇ, ਆਈਡੀਆਜ਼ ਦੇ ਵਿੱਚ ਹੈਲਪ ਮਿਲ ਸਕੇ ਕਿ ਆਪਾਂ ਕਿਸੇ ਕਿਊ ਕਾਰਡ ਨੂੰ ਕਿਸ ਤਰੀਕੇ ਨਾਲ ਡਿਸਕ੍ਰਾਈਬ ਕਰ ਸਕਦੇ ਹਾਂ। ਸੋ ਕਾਈਂਡਲੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਠੀਕ ਹੈ। ਔਰ ਇਫ ਤੁਹਾਨੂੰ ਕੋਈ ਵੀ ਤੁਹਾਡਾ ਡਾਊਟ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਿਓ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ।